सो 10th क्लास ठीक है। उम्मीद है कि ਤੁਸੀਂ ਇੰਜੋਏ ਕਰ ਰਹੇ ਹੋਵੋਗੇ ਹੋਲੀਡੇਜ਼ ਨੂੰ। ਕੋਈ ਗੱਲ ਨਹੀਂ ਬੱਚੇ, ਜੋ ਕੋਈ ਥੋੜ੍ਹਾ ਬਹੁਤਾ ਵਰਕ ਦਿੱਤਾ ਵੀ ਜਾ ਰਿਹਾ ਉਹ ਐਕਟੀਵਿਟੀਜ਼ ਦੀ ਫੋਰਮ ਦੇ ਵਿੱਚ ਦਿੱਤਾ ਜਾ ਰਿਹਾ, ਤੁਹਾਡੇ ਫਾਇਦੇ ਲਈ ਹੈ, ਤੁਹਾਡੇ ਨੌਲੇਜ ਵਧਾਉਣ ਦੇ ਲਈ ਹੈ, ਹੈ ਨਾ। ਪਹਿਲਾਂ ਵੀ ਤੁਸੀਂ ਘਰ ਹੀ ਸੀ, ਹੁਣ ਵੀ ਤੁਸੀਂ ਘਰ ਹੀ ਹੋ। ਪਹਿਲਾਂ ਜ਼ਿਆਦਾ ਔਨਲਾਈਨ ਕਲਾਸਿਸ ਲੱਗਦੀਆਂ ਸੀਗੀਆਂ, ਹੁਣ ਔਨਲਾਈਨ ਕਲਾਸਿਸ ਨਹੀਂ ਲੱਗਦੀਆਂ ਅਤੇ ਬਸ ਐਕਟੀਵਿਟੀ ਭੇਜੀ ਜਾਂਦੀ ਹੈ, ਠੀਕ ਹੈ। ਸੋ ਮੈਂ ਇਹ ਕਿਉਂ ਵੀਡੀਓ ਤੁਹਾਨੂੰ ਭੇਜ ਰਹੀ ਹਾਂ, ਕਿਉਂਕਿ ਜੋ ਮੇਰੀ ਅਗਲੀ ਐਕਟੀਵਿਟੀ ਆਉਣੀ ਹੈ ਨਾ, ਉਹ ਇਹ ਵਾਲੀ ਆਉਣੀ ਹੈ, ਇਹਦੇ ਉੱਤੇ ਬੇਸਡ ਆਉਣੀ ਹੈ, ਠੀਕ ਹੈ ਜੀ। ਜੋ ਮੇਰੀ ਅੱਜ ਵਾਲੀ ਐਕਟੀਵਿਟੀ ਹੈ, ਮੈਂ ਤੁਹਾਨੂੰ ਸ਼ਾਇਦ ਹਿਊਮਨ ਹਾਰਟ ਦਾ ਚਾਰਟ ਬਣਾਉਣ ਵਾਸਤੇ ਕਿਹਾ। ਸੋ ਤੁਸੀਂ ਇੱਕ ਹੀ ਚਾਰਟ ਲਗਾਉਣਾ, ਇੱਕ ਹੀ ਚਾਰਟ ਦੇ ਉੱਤੇ ਤੁਹਾਡੀਆਂ ਸਾਰੀਆਂ ਡਾਇਗਰਾਮਸ ਬਣਨੀਆਂ ਚਾਹੀਦੀਆਂ ਜਿਹੜੀਆਂ ਵੀ ਮੈਂ ਕਹਾਂਗੀ, ਓਕੇ। ਸੋ ਇੱਕ ਤਾਂ ਮੈਂ ਤੁਹਾਨੂੰ ਕਹਿ ਦਿੱਤਾ ਕਿ ਪਹਿਲੀ ਮੇਰੀ ਐਕਟੀਵਿਟੀ ਆ ਗਈ ਨਾ ਹਿਊਮਨ ਹਾਰਟ ਦੀ। ਦੂਸਰੀ ਜੋ ਹੈ ਮੈਂ ਕੀ ਕਹਿਣਾ ਤੁਹਾਨੂੰ ਬਣਾਉਣ ਵਾਸਤੇ, ਮੈਂ ਹਿਊਮਨ ਬ੍ਰੇਨ ਬਣਾਉਣ ਵਾਸਤੇ ਕਹਿਣਾ। ਇਹ ਪੀਰੀਓਡਿਕ ਟੇਬਲ ਦਾ ਚਾਰਟ ਨਹੀਂ ਬਣਾਉਣਾ। ਪੀਰੀਓਡਿਕ ਟੇਬਲ ਦੇ ਵਿੱਚ ਤੁਸੀਂ ਕੀ ਕਰਨਾ, ਇਹ ਵੀ ਮੈਂ ਦੱਸਦੀ ਹਾਂ, ਇਹਨੂੰ ਪੀਰੀਓਡਿਕ ਟੇਬਲ ਕਹਿੰਦੇ ਆ। ਇਹਦੇ 'ਤੇ ਮੈਂ ਫੇਰ ਆਉਂਦੀ ਹਾਂ। ਇਸ ਤੋਂ ਪਹਿਲਾਂ ਮੈਂ ਤੁਹਾਨੂੰ ਦੱਸ ਦੇਵਾਂ ਕਿ ਮੇਰੀ ਅਗਲੀ ਜੋ ਐਕਟੀਵਿਟੀ ਹੋਏਗੀ ਉਹ ਕੀ ਬਣਾਉਣਾ, ਹਿਊਮਨ ਬ੍ਰੇਨ ਚੈਪਟਰ ਨੰਬਰ ਜੋ 7 ਹੈ, ਇਹਦੀ ਮੈਂ ਫੋਟੋ ਵੀ ਭੇਜੂੰਗੀ। ਇਹ ਬਣਾਉਣਾ ਤੁਸੀਂ ਚਾਰਟ ਦੇ ਉੱਪਰ ਹਿਊਮਨ ਬ੍ਰੇਨ, ਓਕੇ। ਫਿਰ ਇਸੇ ਤਰੀਕੇ ਦੇ ਨਾਲ ਇੱਕ ਮੇਰੀ ਐਕਟੀਵਿਟੀ ਕਿਹੜੀ ਆ ਗਈ, ਪੀਰੀਓਡਿਕ ਟੇਬਲ ਦੀ ਦੱਸਦੀ ਹਾਂ, ਉਹਦੇ ਵਿੱਚ ਕੀ ਕਰਨਾ ਹੈ, ਓਕੇ, ਠੀਕ ਹੈ ਜੀ। ਅੱਛਾ, ਉਸ ਤੋਂ ਬਾਅਦ ਮੇਰੀ ਜਿਹੜੀ ਚੌਥੀ ਐਕਟੀਵਿਟੀ ਆਊਗੀ ਨਾ, ਕੀ ਬਣਾਉਣਾ, ਐਕਸਕ੍ਰੀਟਰੀ ਸਿਸਟਮ। ਇਹਦੇ ਵਿੱਚ ਸ਼ਾਇਦ ਡਾਇਗਰਾਮ ਪੂਰੀ ਬਣੀ ਹੋਈ ਹੈ, ਹਾਂਜੀ। ਆਹ ਵਾਲਾ ਚਾਰਟ ਬਣਾਉਣਾ ਐਕਸਕ੍ਰੀਟਰੀ ਸਿਸਟਮ ਦਾ। ਸੋ ਇਹ ਜੋ ਕੁਛ ਵੀ ਕਰਨਾ ਇੱਕ ਚਾਰਟ ਉੱਪਰ ਕਰਨਾ ਹੈ ਨਾ, ਤਾਂ ਜੋ ਕੰਪੈਰੀਜ਼ਨ ਵੀ ਹੁੰਦਾ ਰਹੇ, ਓਕੇ। ਹੁਣ ਫਿਰ ਇਸੇ ਲਈ ਮੈਂ ਤੁਹਾਡਾ 5th ਚੈਪਟਰ ਸ਼ੁਰੂ ਕਰਨ ਲੱਗੀ ਹਾਂ, ਤਾਂ ਜੋ ਤੁਹਾਨੂੰ ਸਮਝ ਆਏ ਪੀਰੀਓਡਿਕ ਟੇਬਲ ਦੀ। ਅੱਵਲ ਤਾਂ 7th 8th ਕਲਾਸਿਸ ਦੇ ਵਿੱਚ ਵੀ ਹੁੰਦਾ ਪੀਰੀਓਡਿਕ ਟੇਬਲ, ਹੈ ਨਾ। ਸੋ ਤੁਹਾਡਾ 5th ਚੈਪਟਰ ਮੈਂ ਸ਼ੁਰੂ ਕਰਨ ਜਾ ਰਹੀ ਹਾਂ। ਇਹ ਕੈਮਿਸਟਰੀ ਦਾ ਚੈਪਟਰ ਹੈ। ਹੁਣ ਤੱਕ ਅਸੀਂ ਬਾਇਓ ਪੜ੍ਹੀ, ਫਿਜ਼ਿਕਸ ਪੜ੍ਹੀ, ਹੁਣ ਅਸੀਂ ਕੈਮਿਸਟਰੀ ਦਾ ਚੈਪਟਰ ਪੜ੍ਹਨ ਜਾ ਰਹੇ ਹਾਂ, ਪੀਰੀਓਡਿਕ ਕਲਾਸੀਫਿਕੇਸ਼ਨ ਆਫ ਐਲੀਮੈਂਟਸ। ਜੇਕਰ ਅਸੀਂ ਇਹ ਛੋਟੀ ਜਿਹੀ ਇੰਟਰਸਟਿੰਗ ਵੀਡੀਓ ਦੇਖ ਵੀ ਲਾਂਗੇ ਕੋਈ ਫਰਕ ਨਹੀਂ ਪੈਂਦਾ, ਹੈ ਨਾ। ਸੋ ਪਹਿਲਾਂ ਮੈਂ ਜੇਕਰ ਪੀਰੀਓਡਿਕ ਟੇਬਲ 'ਤੇ ਹੀ ਆ ਜਾਵਾਂ, ਜਿਹੜੀ ਮੇਰੀ ਤੁਹਾਡੀ ਸੈਕਿੰਡ ਐਕਟੀਵਿਟੀ ਹੋਏਗੀ, ਪਹਿਲੀ ਹੋ ਗਈ ਤੁਹਾਡੇ ਕੋਲ ਹਿਊਮਨ ਹਾਰਟ। ਸੈਕਿੰਡ ਐਕਟੀਵਿਟੀ ਦੇ ਵਿੱਚ ਤੁਸੀਂ ਕੀ ਕਰਨਾ ਹੈਗਾ, ਇਹ ਪੀਰੀਓਡਿਕ ਟੇਬਲ ਹੈ ਬੱਚੇ। ਕੀ ਕੀਤਾ ਪਿਆ ਕਿ ਦੁਨੀਆ ਦੇ ਉੱਤੇ ਬਹੁਤ ਸਾਰੀਆਂ ਐਲੀਮੈਂਟਸ ਹੈਗੀਆਂ ਨੇ, ਕਹਿੰਦੇ ਕਿ ਨੀਅਰ ਅਬਾਊਟ ਨਾ 118 ਐਲੀਮੈਂਟਸ ਡਿਸਕਵਰ ਹੋ ਚੁੱਕੀਆਂ ਨੇ। ਸੋ ਇੰਨੀਆਂ ਬੜੀਆਂ ਐਲੀਮੈਂਟਸ ਜਿਹੜੀਆਂ ਹੈਗੀਆਂ ਨੇ, ਉਹਨਾਂ ਨੂੰ ਕੋਈ ਪ੍ਰੋਪਰ ਉਹਨਾਂ ਦਾ ਅਟੋਮਿਕ ਨੰਬਰ, ਅਟੋਮਿਕ ਮਾਸ ਉਹਨਾਂ ਨੂੰ ਦਿੱਤਾ ਜਾਂਦਾ ਹੈ। ਜਿਸ ਤਰ੍ਹਾਂ ਕਿ ਦੇਖੋ, ਹੁਣ ਤੁਸੀਂ ਵੀ ਕਿੰਨੇ ਸਾਰੇ ਬੱਚੇ ਹੋ, ਮੰਨ ਲਓ, ਹੈ ਨਾ। ਮੰਨ ਲਓ ਸਾਡੀ 600 700 ਸਟਰੈਂਥ ਹੈਗੀ ਹੈ ਸਕੂਲ ਦੀ, ਨਹੀਂ ਕਿੱਦਾਂ ਪਤਾ ਲੱਗੇਗਾ ਕਿ ਮੰਨ ਲਓ ਕੋਈ ਮਨਪ੍ਰੀਤ ਨੂੰ ਬੁਲਾਉਣ ਆਇਆ, ਕਿੱਦਾਂ ਪਤਾ ਲੱਗੇਗਾ ਕਿ ਮਨਪ੍ਰੀਤ ਕਿਹੜੀ ਕਲਾਸ ਦੀ ਹੈ, ਠੀਕ ਹੈ। ਅੱਛਾ, ਜੇਕਰ ਮੰਨ ਲਓ +1 ਕਲਾਸ ਦੀ ਹੈ, ਫਿਰ ਕਿਸ ਤਰ੍ਹਾਂ ਪਤਾ ਲੱਗੇਗਾ ਕਿ ਵੀ ਉਹਨੇ ਸਾਇੰਸ ਰੱਖੀ ਆ, ਕਾਮਰਸ ਰੱਖੀ ਹੈ ਕਿ ਆਰਟਸ ਰੱਖੀ ਹੈ। ਅਸੀਂ ਕੀ ਕੀਤਾ ਹੋਇਆ, ਫਿਰ ਬੱਚਿਆਂ ਨੂੰ ਅਲੱਗ-ਅਲੱਗ ਸੀਰੀਜ਼ ਵਾਲੇ ਰੋਲ ਨੰਬਰ ਦਿੱਤੇ ਹੋਏ ਹੈ ਨਾ। ਜਿਵੇਂ 9th ਕਲਾਸ ਦੇ ਬੱਚਿਆਂ ਦਾ ਰੋਲ ਨੰਬਰ ਸਿੰਪਲ 1 2 3 4 ਹੈ। ਕੋਈ ਪੀਓਨ ਆਉਂਦੇ ਆ ਜੀ, ਕਹਿੰਦੇ ਆ ਜੀ 9th ਕਲਾਸ ਦੇ ਜਾਂ ਮਨਪ੍ਰੀਤ ਨੂੰ ਬੁਲਾਇਆ, ਅਸੀਂ ਪੁੱਛਦੇ ਹਾਂ ਕਿ ਉਹਦਾ ਰੋਲ ਨੰਬਰ ਕੀ ਹੈ, ਉਹ ਕਹਿੰਦੇ 5 ਰੋਲ ਨੰਬਰ। ਅਸੀਂ ਸਮਝ ਜਾਂਦੇ ਹਾਂ ਕੋਈ 9th ਕਲਾਸ ਦਾ ਬੱਚਾ। ਜੇਕਰ ਉਹ ਕਹਿਣਗੇ ਕਿ 105, ਫਿਰ ਅਸੀਂ ਸਮਝ ਜਾਵਾਂਗੇ ਕਿ ਉਹ 10th ਕਲਾਸ ਦਾ ਬੱਚਾ। ਮਤਲਬ ਕਿ ਹਰ ਇੱਕ ਕਲਾਸ ਨੂੰ ਅਲੱਗ-ਅਲੱਗ ਰੋਲ ਨੰਬਰ ਦੀ ਸੀਰੀਜ਼ ਦਿੱਤੀ ਹੋਈ ਹੈ। ਇਸੇ ਤਰੀਕੇ ਦੇ ਨਾਲ ਦੁਨੀਆ ਦੇ ਉੱਤੇ ਇੰਨੀਆਂ ਸਾਰੀਆਂ ਐਲੀਮੈਂਟਸ ਹੈਗੀਆਂ ਨੇ ਨਾ, ਇਸ ਕਰਕੇ ਕਿੱਦਾਂ ਪਤਾ ਲੱਗੂਗਾ ਵੀ ਕਿਹੜੀ ਐਲੀਮੈਂਟ ਕਿੱਥੇ ਹੈ, ਉਹਦੇ ਲਈ ਕੀ ਹੈ, ਪੀਰੀਓਡਿਕ ਟੇਬਲ ਬਣਿਆ ਹੋਇਆ। ਪੱਕਾ ਇਹਦੇ ਬਾਰੇ ਦੇ ਵਿੱਚ ਬੱਚਿਆਂ ਨੂੰ ਪਤਾ ਹੋਏਗਾ। ਇਹ ਮਾਡਰਨ ਪੀਰੀਓਡਿਕ ਟੇਬਲ ਹੈ, ਜਿਹਦੇ 'ਚ ਬਹੁਤ ਸਾਰੀਆਂ ਐਲੀਮੈਂਟਸ ਜਿਹੜੀਆਂ ਹੈਗੀਆਂ ਅਰੇਂਜ ਕੀਤੀਆਂ ਹੋਈਆਂ। ਇਹਦੇ ਵਿੱਚੋਂ ਦੀ ਜਿਹੜੀਆਂ ਯੈਲੋ ਕਲਰ ਦੇ ਨਾਲ ਮੈਂਸ਼ਨ ਕੀਤੀਆਂ ਹੋਈਆਂ ਉਹ ਨੋਨ ਮੈਟਲਸ ਹੁੰਦੀਆਂ ਨੇ, ਜਿਹੜੀਆਂ ਗ੍ਰੀਨ ਕਲਰ ਦੇ ਨਾਲ ਹੈ ਉਹ ਸਾਰੀਆਂ ਮੈਟਲਸ ਹੈ। ਅਤੇ ਜੇਕਰ ਤੁਸੀਂ ਦੇਖ ਰਹੇ ਹੋ ਇੱਕ ਪਿੰਕ ਕਲਰ ਦੀ ਸੈਂਟਰ ਦੇ ਵਿੱਚ ਜਿਹੜੀ ਲਾਈਨ ਹੈਗੀ ਹੈ, ਠੀਕ ਹੈ, ਇਹ ਮੈਟਾਲੋਇਡਸ ਹੈ। ਮੈਟਾਲੋਇਡਸ ਕੌਣ ਹੁੰਦੇ, ਜੇਕਰ ਧਿਆਨ ਨਾਲ ਦੇਖੋ, ਮੈਟਲ ਅਤੇ ਨੋਨ ਮੈਟਲ ਦੇ ਵਿਚਕਾਰ ਬਣਾਏ ਹੋਏ ਹੈ। ਮਤਲਬ ਇਹਨਾਂ ਦੇ ਅੰਦਰ ਮੈਟਲਸ ਵਾਲੀਆਂ ਪ੍ਰੋਪਰਟੀਜ਼ ਵੀ ਹੁੰਦੀਆਂ ਅਤੇ ਇਹਨਾਂ ਦੇ ਅੰਦਰ ਨੋਨ ਮੈਟਲਸ ਵਾਲੀਆਂ ਪ੍ਰੋਪਰਟੀਜ਼ ਵੀ ਹੁੰਦੀਆਂ, ਓਕੇ। ਸੋ ਇਹ ਤੁਹਾਨੂੰ ਪਤਾ ਹੋਣਾ ਚਾਹੀਦਾ, ਠੀਕ ਹੈ, ਕਿ ਮੈਟਲਸ ਅਤੇ ਨੋਨ ਮੈਟਲਸ, ਹੈ ਨਾ। ਮਾਡਰਨ ਪੀਰੀਓਡਿਕ ਟੇਬਲ ਦੇ ਵਿੱਚ, ਠੀਕ ਹੈ ਜੀ, ਤੁਹਾਡੇ ਕੋਲ 8 ਪੀਰੀਅਡਸ ਹੁੰਦੇ ਆ। ਹੌਰੀਜ਼ੌਂਟਲ 1, ਠੀਕ ਹੈ ਜੀ, ਆ 1 ਨੰਬਰ ਪਾਇਆ ਹੋਇਆ, ਇੱਧਰ ਨੂੰ 2 ਨੰਬਰ, ਇਹਨੂੰ ਕਹਿੰਦੇ ਬੱਚੇ ਹੌਰੀਜ਼ੌਂਟਲ। ਹੌਰੀਜ਼ੌਂਟਲ ਜੇਕਰ ਅਸੀਂ ਦੇਖੀਏ ਤਾਂ 8 ਹੀ ਬਣੇ ਹੋਏ ਹੈ, 1 2 3, ਆ ਪੂਰਾ 3 ਇੱਥੇ ਤੱਕ, ਆ ਪੂਰਾ 4 5 6 7, ਸੋਰੀ ਮੈਂ 8 ਕਿਹਾ ਸੀ ਨਾ, 7 ਪੀਰੀਅਡਸ ਹੈ ਪੀਰੀਓਡਿਕ ਟੇਬਲ ਦੇ ਵਿੱਚ। ਹੌਰੀਜ਼ੌਂਟਲ ਇਸ ਪਾਸੇ ਨੂੰ ਚਲੀਏ, ਇਹਨੂੰ ਕਹਿੰਦੇ ਹੌਰੀਜ਼ੌਂਟਲ।
ਹੋਰੀਜੋਨਟਲੀ ਠੀਕ ਹੈ ਕੀ ਹੈ 7 ਪੀਰੀਅਡਸ ਹੈ। ਵਰਟੀਕਲੀ ਮੀਨਸ ਇੱਧਰ ਨੂੰ ਵਰਟੀਕਲੀ ਜੇਕਰ ਮੈਂ ਗਿਣਾ ਠੀਕ ਹੈ ਤੇ ਸਾਡੇ ਪੀਰੀਓਡਿਕ ਟੇਬਲ ਦੇ ਵਿੱਚ 18 ਗਰੁੱਪਸ ਹੈ। ਓਕੇ ਸੋ ਇਹ ਪੁੱਛਿਆ ਜਾਂਦਾ ਕੁਐਸਚਨ ਬਹੁਤ ਇੰਪੋਰਟੈਂਟ ਆਬਜੈਕਟਿਵ ਟਾਈਪ ਕੁਐਸਚਨ ਵੀ ਪੁੱਛਿਆ ਜਾਂਦਾ ਕਿ ਸਾਡੇ ਪੀਰੀਓਡਿਕ ਟੇਬਲ ਦੇ ਵਿੱਚ ਕਿੰਨੇ ਪੀਰੀਅਡਸ ਹੈ ਤੇ ਕਿੰਨੇ ਗਰੁੱਪਸ ਹੈ। 7 ਪੀਰੀਅਡਸ ਹੈ ਤੇ 18 ਗਰੁੱਪਸ ਹੈ। ਮੂੰਹ ਦੇ ਉੱਤੇ 8 ਹੀ ਚੜਿਆ ਹੋਇਆ ਠੀਕ ਹੈ ਜੀ। 7 ਪੀਰੀਅਡਸ ਹੈ ਹੋਰੀਜੋਨਟਲ ਤੇ ਵਰਟੀਕਲੀ ਕਿੰਨੇ ਕਾਲਮਸ ਹੈ ਇਹਨੂੰ ਇੱਦਾਂ ਕਹਿੰਦੇ ਆ ਵਰਟੀਕਲੀ ਕਿੰਨੇ ਕਾਲਮਸ ਹੈ 18 ਤੇ ਉਹਨਾਂ ਕਾਲਮਸ ਨੂੰ ਕੀ ਕਹਿੰਦੇ ਆ ਗਰੁੱਪਸ ਕਹਿੰਦੇ ਆ। ਸੋ ਮੇਰੀ ਅਗਲੀ ਐਕਟੀਵਿਟੀ ਕੀ ਹੋਏਗੀ ਕਿ ਜਿਹੜੀਆਂ ਪਹਿਲੀਆਂ 20 ਐਲੀਮੈਂਟਸ ਹੈਗੀਆਂ ਨਾ ਆ ਲਿਖਿਆ ਪਿਆ ਐਟੋਮਿਕ ਨੰਬਰ 20 ਮੈਂ ਦੱਸਦੀ ਹਾਂ ਕਿ ਇਹ ਵੀ ਕਿੱਦਾਂ ਪੜ੍ਹਿਆ ਜਾਂਦਾ ਹੈ ਨਾ। ਕੈਲਸ਼ੀਅਮ ਤੱਕ ਜਿਹੜੀਆਂ ਐਲੀਮੈਂਟਸ ਹੈਗੀਆਂ ਨੇ ਨਾ 1 ਤੋਂ ਲੈ ਕੇ 20 ਤੱਕ ਤੁਸੀਂ ਇਹਨਾਂ ਦੇ ਐਟੋਮਿਕ ਨੰਬਰ ਵੀ ਯਾਦ ਕਰਨੇ ਹੈ ਸਿੰਬਲ ਵੀ ਯਾਦ ਕਰਨੇ। ਪਹਿਲੀਆਂ 20 ਜਿਹੜੀਆਂ ਐਲੀਮੈਂਟਸ ਹੈਗੀਆਂ ਹੈ ਨਾ ਠੀਕ ਹੈ ਜੀ। ਸੋ ਉਹਨਾਂ ਦੇ ਤੁਸੀਂ ਐਟੋਮਿਕ ਨੰਬਰ ਵੀ ਯਾਦ ਕਰਨੇ ਆ ਤੇ ਸਿੰਬਲ ਵੀ ਯਾਦ ਕਰਨੇ। ਜਿੱਦਾਂ ਮੈਂ ਦੱਸ ਦਿੰਦੀ ਹਾਂ ਪਹਿਲੇ ਨੰਬਰ 'ਤੇ ਹੈਗੀ ਹਾਈਡਰੋਜਨ। ਹੁਣ ਤੁਸੀਂ ਕਹੋਗੇ ਦੂਸਰਾ ਨੰਬਰ ਇੱਥੇ 2 ਪਾਇਆ ਹੋਇਆ ਇਹ 2 ਇਸ ਕਰਕੇ ਨਹੀਂ ਪਾਇਆ ਹੋਇਆ ਇਹ 2 ਪਾਇਆ ਹੋਇਆ ਵੀ ਇਹ ਦੂਸਰਾ ਗਰੁੱਪ ਹੈ। ਇਹ 3 ਕਿਉਂ ਪਾਇਆ ਹੋਇਆ ਤੀਸਰਾ ਗਰੁੱਪ ਹੈ। ਚੌਥਾ 5ਵਾਂ 6ਵਾਂ 7ਵਾਂ 8ਵਾਂ 9ਵਾਂ 10ਵਾਂ 11 12 13 14 15 16 17 18 ਗਰੁੱਪਸ ਹੈ। ਓਕੇ ਠੀਕ ਹੈ। ਸੋ ਪਹਿਲੀ ਹਾਈਡਰੋਜਨ ਦੂਸਰੀ ਕਿੱਥੇ ਹੈ ਦੂਸਰਾ ਐਟੋਮਿਕ ਨੰਬਰ ਹੀਲੀਅਮ ਦੂਸਰਾ ਐਟੋਮਿਕ ਨੰਬਰ ਕਿਹਦਾ ਹੀਲੀਅਮ ਦਾ। ਤੀਸਰਾ ਲੀਥੀਅਮ ਚੌਥੀ ਬਰੀਲੀਅਮ ਪੰਜਵੀਂ ਬੋਰੋਨ ਛੇਵੀਂ ਕਾਰਬਨ ਸੱਤਵੀਂ ਨਾਈਟ੍ਰੋਜਨ ਅੱਠਵੀਂ ਆਕਸੀਜਨ 9 ਨੰਬਰ ਦੇ ਉੱਤੇ ਠੀਕ ਹੈ ਫਲੋਰੀਨ 10 ਨੰਬਰ ਦੇ ਉੱਤੇ ਨੀਓਨ 11 ਨੰਬਰ ਦੇ ਉੱਤੇ ਸੋਡੀਅਮ 12 ਤੇ ਮੈਗਨੀਸ਼ੀਅਮ 13 ਤੇ ਐਲੂਮੀਨੀਅਮ ਓਕੇ 14 ਦੇ ਉੱਤੇ ਸਿਲੀਕੋਨ 15 ਦੇ ਉੱਤੇ ਫਾਸਫੋਰਸ 16 ਤੇ ਸਲਫਰ 17 ਤੇ ਕਲੋਰੀਨ 18 ਤੇ ਆਰਗਨ 19 ਤੇ ਪੋਟਾਸ਼ੀਅਮ ਤੇ 20 ਐਟੋਮਿਕ ਨੰਬਰ ਹੈਗਾ ਕੈਲਸ਼ੀਅਮ ਦਾ ਠੀਕ ਹੈ ਜੀ। ਸੋ ਮੈਂ ਇਹ ਐਵੇਂ ਨਹੀਂ ਦੇ ਦੇਣ ਲੱਗੀ ਤੁਹਾਨੂੰ। ਮੇਰਾ ਬੇਟਾ 8th ਕਲਾਸ ਦੇ ਵਿੱਚ ਪੜ੍ਹਦਾ ਉਹਨੂੰ ਵੀ ਹੈ ਉਹਨੂੰ ਵੀ ਟੀਚਰ ਨੇ ਕਿਹਾ ਹੋਇਆ ਕਿ ਪਹਿਲੀਆਂ 20 ਐਲੀਮੈਂਟਸ ਦੇ ਐਟੋਮਿਕ ਨੰਬਰ ਤੇ ਸਿੰਬਲ ਯਾਦ ਕਰ ਲਓ। ਮੈਂ ਉਹਨੂੰ ਯਾਦ ਕਰਵਾਏ ਹੈ। ਸੋ ਇਹ ਤੁਹਾਡੇ ਹਮੇਸ਼ਾ ਕੰਮ ਆਉਣਗੇ ਠੀਕ ਹੈ। ਸੋ ਇਹਨਾਂ ਨੂੰ ਵੀ ਤੁਸੀਂ ਚਾਰਟ ਉੱਪਰ ਲਿਖਣੀਆਂ ਸਿਰਫ ਪਹਿਲੀਆਂ 20 ਲਰਨ ਕਰਕੇ ਸਿਰਫ ਪਹਿਲੀਆਂ 20 ਐਲੀਮੈਂਟਸ ਜਿਹੜੀਆਂ ਹੈਗੀਆਂ ਪਹਿਲਾਂ ਉਹਨਾਂ ਦਾ ਐਟੋਮਿਕ ਨੰਬਰ ਸਾਰਿਆਂ ਦਾ ਲਿਖ ਲੈਣਾ 1 to 20 ਫਿਰ ਉੱਥੇ ਫਿਲ ਕਰ ਦੇਣਾ ਵੀ ਕਿਹਦਾ 1 ਹੈ ਕਿਹਦਾ 2 ਹੈ ਕਿਹਦਾ 3 ਹੈ। ਇੱਕ ਚੀਜ਼ ਮੈਂ ਇੱਥੇ ਤੁਹਾਨੂੰ ਬਸ ਹੋਰ ਦੱਸ ਦੇਣਾ ਚਾਹੁੰਦੀ ਹਾਂ ਕਿ ਕਿਉਂਕਿ ਇਹ ਮੈਂ ਹੁਣ ਜਦੋਂ ਤੁਹਾਨੂੰ ਚੈਪਟਰ ਪੜ੍ਹਾਉਣਾ ਹੈ ਨਾ ਇਹਦੇ 'ਚ ਐਟੋਮਿਕ ਮਾਸ ਵੀ ਆਉਣਾ। ਮੈਂ ਕੀ ਕਿਹਾ ਇਹ ਇਹਨਾਂ ਦੇ ਰੋਲ ਨੰਬਰ ਹੈ 1 2 ਠੀਕ ਹੈ ਜੀ 3 4 ਇਹ ਇਹਨਾਂ ਦੇ ਐਟੋਮਿਕ ਨੰਬਰ ਹੈ। ਅਤੇ ਜੇਕਰ ਤੁਸੀਂ ਧਿਆਨ ਨਾਲ ਦੇਖੋ ਤਾਂ ਪੈਰਾਂ ਦੇ ਵਿੱਚ ਕੀ ਲਿਖਿਆ ਹੋਇਆ ਐਟੋਮਿਕ ਮਾਸ। ਹਰ ਇੱਕ ਐਲੀਮੈਂਟ ਦਾ ਪੈਰਾਂ ਦੇ ਵਿੱਚ ਕੀ ਲਿਖਿਆ ਹੋਇਆ ਐਟੋਮਿਕ ਮਾਸ। ਜਿਵੇਂ ਕਿ ਹਾਈਡਰੋਜਨ ਦਾ ਐਟੋਮਿਕ ਮਾਸ 1.0 ਹੈ ਨਾ ਠੀਕ ਹੈ ਜੀ। ਹੀਲੀਅਮ ਦਾ 4.0 ਠੀਕ ਹੈ। ਲੀਥੀਅਮ ਦਾ 6.9 ਇਸ ਤਰੀਕੇ ਦੇ ਨਾਲ ਇਹਦਾ ਮਤਲਬ ਕਿ ਐਲੀਮੈਂਟਸ ਦਾ ਕੀ ਹੁੰਦਾ ਉਹਨਾਂ ਦਾ ਐਟੋਮਿਕ ਨੰਬਰ ਵੀ ਹੁੰਦਾ ਅਤੇ ਉਹਨਾਂ ਦਾ ਐਟੋਮਿਕ ਮਾਸ ਵੀ ਹੁੰਦਾ। ਸੋ ਮੈਂ ਤੁਹਾਡਾ ਚੈਪਟਰ ਸ਼ੁਰੂ ਕਰਨ ਜਾ ਰਹੀ ਹਾਂ ਚੈਪਟਰ ਨੰਬਰ 5 ਪੀਰੀਓਡਿਕ ਕਲਾਸੀਫਿਕੇਸ਼ਨ ਆਫ ਐਲੀਮੈਂਟਸ। ਬਹੁਤ ਹੀ ਇੰਟਰਸਟਿੰਗ ਚੈਪਟਰ ਹੈ ਸੁਣੋ ਇੱਕ ਸੁਣਨਾ ਹੀ ਹੈ ਬੱਚੇ ਤੁਸੀਂ। ਸੋ ਕਹਿੰਦੇ ਆ ਕਿ ਵੀ ਇੰਨੀਆਂ ਸਾਰੀਆਂ ਐਲੀਮੈਂਟਸ ਪ੍ਰੈਜੈਂਟ ਹੈ ਫਿਰ ਉਹੀ ਗੱਲ ਆ ਗਈ ਐਲੀਮੈਂਟਸ ਮਿਲ ਕੇ ਕੰਪਾਊਂਡ ਬਣਾਉਂਦੀਆਂ। ਕਹਿੰਦੇ 118 ਐਲੀਮੈਂਟਸ ਐਟ ਪ੍ਰੈਜੈਂਟ ਇਹਨਾਂ ਦੇ ਬਾਰੇ 'ਚ ਪਤਾ ਲੱਗ ਚੁੱਕਾ ਹੈਗਾ ਜਿਨ੍ਹਾਂ ਦੇ ਵਿੱਚੋਂ ਦੀ ਕਹਿੰਦੇ 98 ਜਿਹੜੀਆਂ ਹੈਗੀਆਂ ਨਾ ਉਹ ਸਾਨੂੰ ਨੇਚਰ ਦੇ ਵਿੱਚ ਮਿਲ ਜਾਂਦੀਆਂ ਕੁਦਰਤੀ ਤੌਰ 'ਤੇ ਮਿਲ ਜਾਂਦੀਆਂ 98 ਬਾਕੀ ਮੈਨ ਮੇਡ ਹੋਣਗੀਆਂ। ਹੁਣ ਇੰਨੀਆਂ ਬੜੀਆਂ ਐਲੀਮੈਂਟਸ ਜਿਹੜੀਆਂ ਹੈਗੀਆਂ ਨੇ ਉਹਨਾਂ ਨੂੰ ਅਸੀਂ ਅਰੇਂਜ ਕਿੱਦਾਂ ਕਰਨਾ। ਸੋ ਸਾਇੰਟਿਸਟ ਜਿਹੜੇ ਹੈਗੇ ਆ ਉਹਨਾਂ ਨੇ ਫਿਰ ਕੀ ਕੀਤਾ ਨੈਚੁਰਲੀ ਸੇਮ ਪ੍ਰੋਪਰਟੀਜ਼ ਵਾਲੀਆਂ ਐਲੀਮੈਂਟਸ ਨੂੰ ਤੁਸੀਂ ਇਕੱਠਾ ਕਰ ਦੋਗੇ ਕਿਉਂਕਿ ਇੰਨੀਆਂ ਬੜੀਆਂ ਐਲੀਮੈਂਟਸ ਹੈਗੀਆਂ ਨੇ ਦੇਖਣਾ ਹੀ ਪਏਗਾ ਕਿਹੜੀਆਂ ਐਲੀਮੈਂਟਸ ਮਿਲਦੀਆਂ ਜੁਲਦੀਆਂ ਉਹਨਾਂ ਨੂੰ ਅਸੀਂ ਇੱਕ ਗਰੁੱਪ 'ਚ ਪਾ ਦਾਂਗੇ ਅਰੇਂਜ ਕਰ ਦਾਂਗੇ ਸਾਰਾ ਦੱਸਾਂਗੇ ਤੁਹਾਨੂੰ ਹੈ ਨਾ ਠੀਕ ਹੈ। ਸੋ ਕਹਿੰਦੇ ਕਿ ਜਿਸ ਤਰੀਕੇ ਦੇ ਨਾਲ ਤੁਸੀਂ ਕਿਸੇ ਸ਼ੌਪ 'ਤੇ ਜਾਂਦੇ ਹੋ ਬੱਚੇ ਮੰਨ ਲਓ ਤੁਸੀਂ ਕਰਿਆਨੇ ਬੜੀ ਅੱਛੀ ਐਗਜ਼ਾਮਪਲ ਦਿੱਤੀ ਹੋਈ ਹੈ ਕਰਿਆਨੇ ਦੀ ਦੁਕਾਨ 'ਤੇ ਜਾਂਦੇ ਹੋ ਅਤੇ ਕਰਿਆਨੇ ਵਾਲੀ ਦੁਕਾਨ ਦੇ ਉੱਤੇ ਗਰੋਸਰੀ ਵਾਲੀ ਦੁਕਾਨ ਦੇ ਉੱਤੇ ਬਹੁਤ ਕੁਛ ਹੈ ਸੋਪਸ ਵੀ ਹੈ ਸਾਬਣ ਹੈ ਬਿਸਕਿਟ ਵੀ ਬੜੀ ਤਰ੍ਹਾਂ ਦੇ ਹੈ ਨਮਕੀਨ ਬੜੀ ਤਰ੍ਹਾਂ ਦੇ ਹੈ ਠੀਕ ਹੈ। ਹੁਣ ਅੱਛਾ ਜੇਕਰ ਮੈਂ ਸੋਪਸ ਦੀ ਗੱਲ ਕਰਾਂ ਤਾਂ ਨੈਚੁਰਲੀ ਤੁਹਾਨੂੰ ਇੱਕ ਅਲੱਗ ਖਾਨਾ ਮਿਲੇਗਾ ਜਿਹਦੇ 'ਚ ਸੋਪਸ ਹੋਣਗੇ ਪਰ ਹੁਣ ਸੋਪਸ ਵੀ ਜਿਹੜੇ ਹੈਗੇ ਆ ਕਈ ਤਰ੍ਹਾਂ ਦੇ ਸਾਬਣ ਵੀ ਤਾਂ ਕਈ ਤਰ੍ਹਾਂ ਦੇ ਹੈ ਨਹਾਉਣ ਵਾਲਾ ਸਾਬਣ ਵੀ ਹੈ ਕੱਪੜੇ ਧੋਣ ਵਾਲਾ ਸਾਬਣ ਵੀ ਹੈ ਭਾਂਡੇ ਮਾਂਜਣ ਵਾਲਾ ਵੀ ਸਾਬਣ ਹੁੰਦਾ ਹੈ ਸਿਰ ਧੋਣ ਵਾਲਾ ਵੀ ਸਾਬਣ ਹੁੰਦਾ ਹੈ। ਇਸ ਕਰਕੇ ਦੁਕਾਨਦਾਰ ਨੇ ਅਲੱਗ-ਅਲੱਗ ਖਾਨੇ ਲਗਾਏ ਹੋਣਗੇ ਨਹੀਂ ਇੱਕ ਖਾਨੇ ਦੇ ਵਿੱਚ
ਸਿਰਫ ਨਹਾਉਣ ਵਾਲੇ ਸਾਬਣ ਹੋਣਗੇ, ਨਾਲ ਵਾਲੇ ਖਾਨੇ ਦੇ ਵਿੱਚ ਕੱਪੜੇ ਧੋਣ ਵਾਲੇ, ਨਾਲ ਵਾਲੇ ਦੇ ਵਿੱਚ ਭਾਂਡੇ ਮਾਂਜਣ ਵਾਲੇ। ਸੋ ਇਸ ਤਰੀਕੇ ਦੇ ਨਾਲ ਉਹਨੇ ਕੈਟਾਗਰੀਜ਼ ਬਣਾਈਆਂ ਹੋਣਗੀਆਂ। ਇਸੇ ਕਰਕੇ ਜੇਕਰ ਅਸੀਂ ਵੀ ਬਹੁਤ ਸਾਰੀਆਂ ਐਲੀਮੈਂਟਸ ਜਿਹੜੀਆਂ ਹੈਗੀਆਂ ਨੇ ਆਪਸ ਦੇ ਵਿੱਚ ਮਿਲਦੀਆਂ ਜੁਲਦੀਆਂ, ਉਹਨਾਂ ਦੇ ਅਸੀਂ ਅਲੱਗ-ਅਲੱਗ ਉਹਨਾਂ ਦੀ ਪ੍ਰੋਪਰਟੀਜ਼ ਦੇ ਉੱਤੇ ਡਿਪੈਂਡ ਕਰਦੇ ਹੋਏ ਗਰੁੱਪਸ ਬਣਾ ਲਈਏ, ਇਹਦੇ ਨਾਲ ਸਾਨੂੰ ਬੜੀ ਆਸਾਨੀ ਹੋ ਜਾਏਗੀ। ਜਿੱਦਾਂ ਤੁਹਾਨੂੰ ਇੱਥੇ ਇੱਕ ਡਾਇਗਰਾਮ ਦੇ ਵਿੱਚ ਵੀ ਦਿੱਤਾ ਹੋਇਆ ਕਿ ਮੰਨ ਲਓ ਤੁਹਾਨੂੰ ਕੋਈ ਮੈਪ ਮਿਲ ਗਿਆ ਹੈ ਨਾ, ਸੋ ਤੁਸੀਂ ਕੀ ਹੈ ਖਜ਼ਾਨਾ ਲੱਭਣਾ ਹੈ, ਸਮਝਦੇ ਪਏ ਹੋ ਨਾ, ਠੀਕ ਹੈ। ਸੋ ਫਿਰ ਇਹ ਤੁਹਾਡੇ ਲਈ ਆਸਾਨ ਹੋ ਜਾਏਗਾ। ਮੈਪ ਹੁਣ ਤੁਸੀਂ ਦੇਖ ਕੇ ਹੈ ਨਾ ਲੱਭਣ ਜਾਣਾ ਵੀ ਖਜ਼ਾਨਾ ਕਿਸ ਪਾਸੇ ਹੋ ਸਕਦਾ ਹੈ, ਠੀਕ ਹੈ ਨਾ। ਸੋ ਕਹਿੰਦਾ ਕਿ ਇਮੈਜਨ ਯੂ ਐਂਡ ਯੂਅਰ ਫਰੈਂਡਸ ਹੈਵ ਫਾਊਂਡ ਪੀਸਿਸ ਆਫ ਐਨ ਓਲਡ ਮੈਪ ਹੈ ਨਾ ਟੂ ਰੀਚ ਐ ਟ੍ਰੇਜਰ, ਟ੍ਰੇਜਰ ਮੀਨ ਖਜ਼ਾਨਾ। ਵੁੱਡ ਇਟ ਬੀ ਈਜ਼ੀ ਔਰ ਕਿਓਟਿਕ ਟੂ ਫਾਈਂਡ ਦਾ ਵੇ ਟੂ ਦਾ ਟ੍ਰੇਜਰ। ਹੁਣ ਮੈਪ ਦੇ ਉੱਪਰੋਂ ਦੀ ਹੈ ਨਾ, ਠੀਕ ਆ, ਕਹਿੰਦਾ ਕਿ ਖਜ਼ਾਨੇ ਦਾ ਰਸਤਾ ਲੱਭਣਾ ਕੀ ਆਸਾਨ ਹੈ ਅਤੇ ਕੀ ਵੀ ਨਹੀਂ, ਵੀ ਤੁਹਾਨੂੰ ਕਨਫਿਊਜ਼ਨ ਹੀ ਹੈ ਨਾ ਵੀ ਕਿਹੜਾ ਰਸਤਾ ਹੋ ਸਕਦਾ। ਇਸੇ ਤਰੀਕੇ ਦੇ ਨਾਲ ਕੈਮਿਸਟਰੀ ਦੇ ਵਿੱਚ ਵੀ ਇੰਨੀਆਂ ਸਾਰੀਆਂ ਐਲੀਮੈਂਟਸ ਹੈਗੀਆਂ ਨੇ ਨਾ, ਠੀਕ ਹੈ। ਸੋ ਇਸ ਕਰਕੇ ਉਹਨਾਂ ਨੂੰ ਕਲਾਸੀਫਾਈ ਕਰਨਾ ਬਹੁਤ ਜ਼ਰੂਰੀ ਹੈ। ਜਿਵੇਂ ਖਜ਼ਾਨੇ ਦੇ ਲਈ, ਖਜ਼ਾਨੇ ਤੱਕ ਪਹੁੰਚਣ ਦੇ ਲਈ ਤੁਹਾਨੂੰ ਸਹੀ ਰਸਤੇ ਦਾ ਪਤਾ ਹੋਣਾ ਚਾਹੀਦਾ, ਇਸੇ ਤਰੀਕੇ ਦੇ ਨਾਲ ਬਹੁਤ ਸਾਰੀਆਂ ਐਲੀਮੈਂਟਸ ਦੀ ਸਟੱਡੀ ਕਰਨੀ ਹੈ ਤਾਂ ਉਹਨਾਂ ਦੀਆਂ ਤੁਹਾਨੂੰ ਪ੍ਰੋਪਰਟੀਜ਼ ਪਤਾ ਹੋਣੀਆਂ ਚਾਹੀਦੀਆਂ ਤਾਂ ਜੋ ਤੁਸੀਂ ਉਹਨਾਂ ਨੂੰ ਅਰੇਂਜ ਕਰ ਸਕੋ। ਸੋ ਅਲੱਗ-ਅਲੱਗ ਸਾਇੰਟਿਸਟ ਜਿਹੜੇ ਸੀਗੇ ਉਹਨਾਂ ਨੇ ਅਲੱਗ-ਅਲੱਗ ਤਰੀਕੇ ਨਾਲ ਕੰਮ ਕੀਤਾ। ਸਭ ਤੋਂ ਪਹਿਲਾਂ ਤੁਹਾਡੇ ਕੋਲ ਆ ਗਏ ਡੋਬਨੀਅਰਸ ਟਰਾਈਐਡ, ਹੈ ਨਾ। ਮੈਂ ਸਮਝਾਉਂਦੀ ਹਾਂ। ਡੋਬਨੀਅਰ ਜਿਹੜੇ ਸੀਗੇ ਨਾ, ਜੋਹਨ ਵੋਲਫਗੈਂਗ ਡੋਬਨੀਅਰ, ਦੇਖੋ ਕਿੱਦਾਂ ਦੇ ਨਾਮ ਹੈ, ਜਰਮਨ ਦੇ ਸੀਗੇ। ਕੈਮਿਸਟਰੀ ਉੱਪਰ ਇਹਨਾਂ ਨੇ ਬਹੁਤ ਸਾਰਾ ਕੰਮ ਕੀਤਾ। ਉਹਨਾਂ ਨੇ ਕੀ ਕੀਤਾ ਕਿ ਕੁਝ ਐਲੀਮੈਂਟਸ ਉਹਨਾਂ ਨੂੰ ਲੱਗੀਆਂ ਕਿ ਉਹਨਾਂ ਦੀਆਂ ਪ੍ਰੋਪਰਟੀਜ਼ ਸੇਮ ਹੈ, ਠੀਕ ਹੈ ਜੀ। ਸੋ ਉਹਨਾਂ ਨੇ ਇੱਕ ਗਰੁੱਪ ਦੇ ਵਿੱਚ ਪਾ ਦਿੱਤਾ। ਉਹਨਾਂ ਨੇ ਕੀ ਕੀਤਾ ਕਿ ਤਿੰਨ ਐਲੀਮੈਂਟਸ ਦੇ ਗਰੁੱਪ ਬਣਾਏ। ਇਸੇ ਕਰਕੇ ਇਹਨਾਂ ਤਿੰਨ ਐਲੀਮੈਂਟਸ ਦੇ ਗਰੁੱਪ ਨੂੰ ਨਾ ਬੱਚੇ ਕੀ ਨਾਮ ਦੇ ਦਿੱਤਾ ਗਿਆ, ਡੋਬਨੀਅਰ ਟਰਾਈਐਡਸ। ਟਰਾਈ ਦਾ ਮਤਲਬ 3, ਤਿੰਨ ਐਲੀਮੈਂਟਸ ਦੇ ਗਰੁੱਪ ਜਿਹੜੇ ਉਹਨਾਂ ਨੇ ਬਣਾਏ ਨਾ, ਉਹ ਕਿੱਦਾਂ ਬਣਾਏ ਮੈਂ ਤਾਂ ਹੀ ਤੁਹਾਨੂੰ ਪਿੱਛੇ ਦੱਸ ਦਿੱਤਾ ਸੀ ਪੀਰੀਓਡਿਕ ਟੇਬਲ ਦੇ ਵਿੱਚ। ਅਟੋਮਿਕ ਮਾਸਿਸ, ਉਹਨਾਂ ਨੇ ਕਿੱਦਾਂ ਦੇ ਐਲੀਮੈਂਟਸ ਨੂੰ ਅਰੇਂਜ ਕੀਤਾ ਇਨ ਦਾ ਇਨਕਰੀਜ਼ਿੰਗ ਆਰਡਰ ਆਫ ਦੇਅਰ ਅਟੋਮਿਕ ਮਾਸਿਸ। ਆ ਦੇਖੋ ਇੱਥੋਂ ਤੁਹਾਨੂੰ ਬਹੁਤ ਸਮਝ ਆਏਗਾ। ਗਰੁੱਪ 1, ਗਰੁੱਪ 2, ਗਰੁੱਪ 3। ਅੱਛਾ ਠੀਕ ਹੈ, ਹੁਣ ਕੀ ਹੈਗਾ ਇਹਦੇ ਵਿੱਚ ਉਹਨਾਂ ਨੇ ਕੀ ਕੀਤਾ, ਠੀਕ ਹੈ। ਸੋ ਤਿੰਨ ਐਲੀਮੈਂਟਸ ਦੇ ਗਰੁੱਪ ਬਣਾ ਦਿੱਤੇ, ਠੀਕ ਹੈ ਜੀ। ਨਾਈਟ੍ਰੋਜਨ, ਫਾਸਫੋਰਸ, ਆਰਸੈਨਿਕ। ਆ ਦੇਖੋ ਹੁਣ ਜਿਸ ਬੱਚੇ ਨੇ ਸਿੰਬਲ ਯਾਦ ਕੀਤੇ ਉਹਨੂੰ ਪਤਾ ਕਿ Ca ਕਿਹਦਾ ਸਿੰਬਲ ਹੈ, SR ਕਿਹਦਾ ਸਿੰਬਲ ਹੈ। ਇਸੇ ਤਰੀਕੇ ਦੇ ਨਾਲ ਆ ਵੀ ਬਣਾਤਾ ਗਰੁੱਪ, ਆ ਵੀ ਬਣਾਤਾ। ਅਟੋਮਿਕ ਮਾਸ ਵੱਧ ਰਿਹਾ ਹੈ, ਨੈਚੁਰਲੀ ਦਿਸਦਾ ਪਿਆ। ਕੈਲਸ਼ੀਅਮ ਦਾ ਠੀਕ ਹੈ 40 ਸੀ, ਸਟੋਨਸ਼ੀਅਮ ਦਾ 87.6, ਠੀਕ ਹੈ। ਬੇਰੀਅਮ ਦਾ 137। ਸੋ ਅਟੋਮਿਕ ਮਾਸ ਵੱਧ ਰਿਹਾ ਹੈ। ਸੋ ਇਸ ਤਰੀਕੇ ਦੇ ਨਾਲ ਉਹਨਾਂ ਨੇ ਤਿੰਨ ਐਲੀਮੈਂਟਸ ਦੇ ਨਾ ਗਰੁੱਪ ਬਣਾ ਦਿੱਤੇ, ਠੀਕ ਹੈ ਜੀ। ਸੋ ਆ ਵੀ ਡੋਬਨੀਅਰਸ ਟਰਾਈਐਡ। ਲੀਥੀਅਮ, ਸੋਡੀਅਮ, ਪੋਟਾਸ਼ੀਅਮ, ਕੈਲਸ਼ੀਅਮ, ਸਟੋਨਸ਼ੀਅਮ, ਬੇਰੀਅਮ, ਕਲੋਰੀਨ, ਠੀਕ ਹੈ, ਬ੍ਰੋਮੀਨ ਅਤੇ ਆਇਓਡੀਨ। ਸਮਝਦੇ ਪਏ ਹੋ, ਇਹ ਹੈ ਐਕਚੁਅਲੀ ਦੇ ਵਿੱਚ ਸਹੀ ਟਰਾਈਐਡ ਇਹ ਹੈ। ਸੋ ਤਿੰਨ ਐਲੀਮੈਂਟਸ ਦੇ ਜੋੜੇ ਬਣਾ ਦਿੱਤੇ। ਇਹਨੇ ਕਿਹਾ ਇਹਨਾਂ ਤਿੰਨਾਂ ਦੇ ਆਪਸ 'ਚ ਗੁਣ ਮਿਲਦੇ ਆ, ਇਹਨਾਂ ਤਿੰਨਾਂ ਦੇ ਹੈ ਨਾ, ਠੀਕ ਹੈ। ਸੋ ਪਰ ਇਹ ਸਿਸਟਮ ਫੇਲ ਕਿਉਂ ਹੋ ਗਿਆ, ਠੀਕ ਹੈ। ਸੋ ਇਹ ਕੀ ਹੈ ਕਿ ਵੀ ਪਰ ਡੋਬਨੀਅਰ ਜਿਹੜੇ ਸੀ ਨਾ ਜ਼ਿਆਦਾ ਐਲੀਮੈਂਟਸ ਨੂੰ ਨਹੀਂ ਨਾ ਫਾਈਂਡ ਕਰ ਸਕੇ, ਹੈ ਨਾ, ਠੀਕ ਹੈ। ਸੋ ਲੀਥੀਅਮ ਜੇਕਰ ਕਹਿੰਦਾ ਸੀ ਲੀਥੀਅਮ, ਸੋਡੀਅਮ ਅਤੇ ਪੋਟਾਸ਼ੀਅਮ ਦੇਖੀਏ ਇਹ ਵਾਲੀਆਂ, ਠੀਕ ਹੈ। ਸੋ ਇਹਨਾਂ ਦਾ ਵੀ ਅਟੋਮਿਕ ਮਾਸ ਜਿਹੜਾ ਹੈਗਾ ਨੀਚੇ ਨੂੰ ਜਾਈਏ ਅਤੇ ਵੱਧਦਾ ਜਾ ਰਿਹਾ, ਠੀਕ ਹੈ ਨਾ। ਸੋ ਪਰ ਕੀ ਹੈ ਕਿ ਤਿੰਨ ਐਲੀਮੈਂਟਸ ਜਿਹੜੀਆਂ ਹੈਗੀਆਂ ਅਟੋਮਿਕ ਮਾਸ ਦੇ ਹਿਸਾਬ ਨਾਲ ਉਹਨਾਂ ਨੂੰ ਅਰੇਂਜ ਕਰ ਦਿੱਤੀਆਂ, ਪਰ ਜ਼ਿਆਦਾ ਐਲੀਮੈਂਟਸ ਇਹ ਨਹੀਂ ਲੱਭ ਸਕੇ, ਠੀਕ ਹੈ ਜੀ। ਸੋ ਥੋੜ੍ਹਾ ਜਿਹਾ ਡੋਬਨੀਅਰ ਦੇ ਬਾਰੇ 'ਚ ਵੀ ਦੱਸਿਆ ਹੋਇਆ ਹੈ ਨਾ, ਠੀਕ ਹੈ। ਸੋ ਜਰਮਨੀ ਦੇ ਵਿੱਚ ਇਹ ਰਹਿਣ ਵਾਲੇ ਸੀਗੇ। ਕੈਮਿਸਟਰੀ ਇਹਨਾਂ ਨੇ ਬਹੁਤ ਜ਼ਿਆਦਾ ਸਟੱਡੀ ਕੀਤੀ ਸੀਗੀ, ਹੈ ਨਾ। ਕੈਮਿਸਟਰੀ ਦੇ ਪ੍ਰੋਫੈਸਰ ਵੀ ਰਹੇ ਆ, ਫਾਰਮੇਸੀ ਵੀ ਇਹਨਾਂ ਨੇ ਕੀਤੀ ਹੈ ਯੂਨੀਵਰਸਿਟੀ ਆਫ ਜੇਨਾ ਤੋਂ, ਠੀਕ ਹੈ। ਡੋਬਨੀਅਰ ਜਿਹੜੇ ਸੀਗੇ ਉਹਨਾਂ ਨੇ ਸਭ ਤੋਂ ਪਹਿਲਾਂ ਆਬਜ਼ਰਵੇਸ਼ਨ ਕੀਤਾ ਸੀਗਾ ਪਲਾਟੀਨਮ ਨੂੰ। ਉਹਨਾਂ ਨੇ ਦੇਖਿਆ ਪਲਾਟੀਨਮ ਜਿਹੜੀ ਐਲੀਮੈਂਟ ਹੈਗੀ ਕੈਟਾਲਿਸਟ ਦਾ ਕੰਮ ਕਰਦੀ ਹੈ। ਬਾਅਦ ਦੇ ਵਿੱਚ ਉਹਨਾਂ ਨੇ ਤਿੰਨ ਐਲੀਮੈਂਟਸ ਦੇ ਜਿਹੜੇ ਸੀਗੇ ਪੀਰੀਓਡਿਕ ਟੇਬਲ ਦੇ ਵਿੱਚ ਜੋੜੇ ਬਣਾ ਦਿੱਤੇ ਨਾ। ਅਗਲਾ ਤੁਹਾਡੇ ਕੋਲ ਸਾਇੰਟਿਸਟ ਆ ਗਿਆ ਨਿਊਲੈਂਡ ਜਿਹੜੇ ਸੀਗੇ ਨਾ, ਇਹਨੂੰ ਲਾ ਆਫ ਓਕਟੇਵਸ ਕਿਉਂ ਕਹਿੰਦੇ ਆ ਦੱਸਦੇ ਆ ਤੁਹਾਨੂੰ। ਓਕਟੇਵ ਦਾ ਮਤਲਬ ਹੈ ਬੱਚੇ 8। ਇਹਨਾਂ ਨੇ ਓਕਟੇਵ ਨੇ ਕੀ ਕਿਹਾ, ਓਕਟੇਵ ਕਹਿੰਦੇ ਆ ਕਿ ਜਿਸ ਤਰੀਕੇ ਦੇ ਨਾਲ ਬੱਚੇ ਕਹਿੰਦੇ ਮਿਊਜ਼ਿਕ ਦੀਆਂ 7 ਸੁਰਾਂ ਹੁੰਦੀਆਂ, ਪਤਾ ਹੋਣਾ ਸਾਰੇ ਬੱਚਿਆਂ ਨੂੰ, ਸਾ ਰੇ ਗਾ ਮਾ ਪਾ ਦਾ ਨੀ। ਦੇਖੋ ਕਿੰਨਾ ਇੰਟਰਸਟਿੰਗ ਹੈ, 7 ਸੁਰਾਂ ਹੁੰਦੀਆਂ ਨਾ, ਨੀ ਤੋਂ ਬਾਅਦ ਫਿਰ ਤੋਂ ਦੁਬਾਰਾ ਕਿਹੜੀ ਸੁਰ ਰਿਪੀਟ ਹੁੰਦੀ ਹੈ, ਸਾ। ਇਸੇ ਤਰੀਕੇ ਦੇ ਨਾਲ ਨਿਊਲੈਂਡ ਨੇ ਦੇਖਿਆ ਕਿ ਜਿਹੜੀ ਐਲੀਮੈਂਟ ਪਹਿਲੇ ਨੰਬਰ 'ਤੇ ਆਉਂਦੀ ਹੈ ਨਾ, ਠੀਕ ਹੈ ਜੀ, ਅਤੇ ਮੁੜ ਕੇ ਜਿਹੜੀ ਐਲੀਮੈਂਟ 8ਵੇਂ ਨੰਬਰ 'ਤੇ ਆਉਂਦੀ ਹੈ ਨਾ, ਉਹਦੀਆਂ ਪ੍ਰੋਪਰਟੀਜ਼ ਆਪਸ 'ਚ ਸੇਮ ਹੈ,
ਜਿਵੇਂ ਕਿ ਇੱਥੋਂ ਦੇਖੋ ਆ ਪਹਿਲੇ ਗਰੁੱਪ ਦੇ ਵਿੱਚ ਉਹਨਾਂ ਨੇ ਕਿਹਨੂੰ ਕਿਹਨੂੰ ਪਾ ਦਿੱਤਾ, ਹਾਈਡਰੋਜਨ, ਫਲੋਰੀਨ, ਕਲੋਰੀਨ ਵਗੈਰਾ ਨੂੰ ਪਾ ਦਿੱਤਾ। ਤੇ ਗਿਣ ਲਈਏ, ਦੇਖੋ 1 ਨੰਬਰ ਦੇ ਉੱਤੇ ਹਾਈਡਰੋਜਨ ਆ ਰਹੀ ਹੈ 1 2 3 4 5 6 7। ਓਕੇ, ਮੁੜ ਕੇ 8ਵੇਂ ਨੰਬਰ ਤੇ ਕੌਣ ਆ ਰਹੀ ਹੈ, ਫਲੋਰੀਨ। ਉਹਨਾਂ ਨੇ ਕਿਹਾ, ਮੈਂ ਕੀ ਕਿਹਾ, ਠੀਕ ਹੈ ਵੀ ਜਿਸ ਤਰੀਕੇ ਦੇ ਨਾਲ ਸਾਰੇ ਗਾਮਾ ਪਾ ਹੈ ਮਿਊਜ਼ਿਕ ਦੀਆਂ ਨੋਟਸ ਹੈ ਨਾ, ਠੀਕ ਹੈ ਵੀ 1 ਨੰਬਰ ਦੇ ਉੱਤੇ ਸਾ ਆਇਆ, ਮੁੜ ਕੇ 8ਵੇਂ ਨੰਬਰ ਤੇ ਜਾ ਕੇ ਸਾਹ ਆਣਾ। ਇਸੇ ਤਰੀਕੇ ਦੇ ਨਾਲ ਪਹਿਲੀ ਐਲੀਮੈਂਟ ਤੇ 8ਵੀਂ ਐਲੀਮੈਂਟ ਜਿਹੜੀ ਹੁੰਦੀ ਹੈ ਨਾ, ਇਹਨਾਂ ਦੀਆਂ ਪ੍ਰੋਪਰਟੀਜ਼ ਆਪਸ 'ਚ ਸੇਮ ਹੁੰਦੀਆਂ ਨੇ। ਇਸ ਕਰਕੇ ਇਸ ਲਾ ਨੂੰ ਨਾਮ ਦੇ ਦਿੱਤਾ ਗਿਆ ਨਿਊਲੈਂਡਸ ਲਾ ਆਫ ਓਕਟੇਵਸ। ਓਕੇ, ਬਹੁਤ ਫਰਕ ਹੈ। ਡੋਬਨੀਅਰ ਨੇ ਕੀ ਕੀਤਾ ਸੀ, ਉਹਨੇ 3 ਐਲੀਮੈਂਟਸ ਨੂੰ ਅਰੇਂਜ ਕੀਤਾ ਸੀਗਾ ਅਕੋਰਡਿੰਗ ਟੂ ਦੇਅਰ ਇਨਕਰੀਜ਼ ਇਨ ਦਾ ਅਟੋਮਿਕ ਮਾਸ। ਇਹਨੇ ਓਕਟੇਵ ਨੇ ਕੀ, ਨਿਊਲੈਂਡ ਨੇ ਕੀ ਕਿਹਾ ਹੈਗਾ ਓਕਟੇਵ ਲਾ ਦੇ ਵਿੱਚ, ਕਿ ਪਹਿਲੀ ਐਲੀਮੈਂਟ ਤੇ 8ਵੀਂ ਐਲੀਮੈਂਟ ਜਿਹੜੀ ਹੁੰਦੀ ਹੈ ਉਹਨਾਂ ਦੀਆਂ ਪ੍ਰੋਪਰਟੀਜ਼ ਆਪਸ 'ਚ ਸੇਮ ਹੁੰਦੀਆਂ। ਇਸ ਕਰਕੇ ਉਹਨੇ ਇੱਦਾਂ ਕਰਕੇ ਗਰੁੱਪ ਬਣਾਤੇ। ਪਰ ਜਿੱਦਾਂ ਡੋਬਨੀਅਰ ਦੀਆਂ ਕਮੀਆਂ ਰਹੀਆਂ, ਡਰਾਬੈਕਸ ਰਹੇ ਹਰ ਇੱਕ ਦੀਆਂ ਨਾਲ। ਇਹ ਦੇਖੋ ਤੁਹਾਨੂੰ ਪੰਜਾਬ ਬੋਰਡ ਦੇ ਕੁਐਸਚਨ ਆਉਣੇ ਆ, ਲਿਮੀਟੇਸ਼ਨਸ ਵੀ ਹੈ। ਜਿਵੇਂ ਉਹਦੇ ਵਿੱਚ ਡੋਬਨੀਅਰ 'ਚ ਕੀ ਕਮੀਆਂ ਸੀ ਕਿ ਉਹ ਜ਼ਿਆਦਾ ਐਲੀਮੈਂਟਸ ਨਹੀਂ ਸੀ ਲੱਭ ਪਾਇਆ। ਇਸੇ ਤਰੀਕੇ ਦੇ ਨਾਲ ਨਿਊਲੈਂਡ ਦੇ ਲਾ ਦੇ ਵਿੱਚ ਵੀ ਕਮੀਆਂ, ਕੀ ਕਮੀਆਂ ਰਹੀਆਂ ਸੁਣੋ, ਠੀਕ ਹੈ। ਸੋ ਇਹ ਜਿਹੜਾ ਨਿਊਲੈਂਡ ਦਾ ਵੀ ਜਿਹੜਾ ਲਾ ਸੀ ਨਾ, ਜਿਹੜਾ ਅਸੀਂ ਹੁਣੇ ਕੀਤਾ, ਇਹ ਸਿਰਫ ਕੈਲਸ਼ੀਅਮ ਤੱਕ ਹੀ ਵੈਲਿਡ ਸੀਗਾ, ਠੀਕ ਹੈ। ਸੋ ਕੈਲਸ਼ੀਅਮ ਤੱਕ ਹੀ ਸੀ, ਪਰ ਉਸ ਤੋਂ ਬਾਅਦ ਕੋਈ ਵੀ 8ਵੀਂ ਐਲੀਮੈਂਟ ਜਿਹੜੀ ਸੀ ਨਾ, ਉਹਦੀ ਪ੍ਰੋਪਰਟੀ ਪਹਿਲੀ ਐਲੀਮੈਂਟ ਨਾਲ ਨਹੀਂ ਸੀ ਮਿਲਦੀ ਨੰਬਰ 2 ਦੇ ਉੱਤੇ, ਠੀਕ ਹੈ। ਸੋ ਨਿਊਲੈਂਡ ਜਿਹੜਾ ਸੀਗਾ ਉਹਨੇ ਕਿਹਾ ਕਿ ਸਿਰਫ ਨਾ ਦੁਨੀਆ ਦੇ ਵਿੱਚ ਨਾ 56 ਐਲੀਮੈਂਟਸ ਹੀ ਪ੍ਰੈਜ਼ੈਂਟ ਹੈਗੀਆਂ ਨੇ, ਪਰ ਬਾਅਦ ਦੇ ਵਿੱਚ ਬਹੁਤ ਸਾਰੀਆਂ ਐਲੀਮੈਂਟਸ ਜਿਹੜੀਆਂ ਸੀਗੀਆਂ ਉਹ ਡਿਸਕਵਰ ਹੋ ਗਈਆਂ ਹੈ ਨਾ, ਉਹ ਲਾ ਆਫ ਓਕਟੇਵ ਦੇ ਵਿੱਚ ਫਿੱਟ ਹੀ ਨਹੀਂ ਸੀ ਹੁੰਦੀਆਂ ਪਈਆਂ। ਅੱਛਾ, ਹੁਣ ਕਹਿੰਦਾ ਜੇਕਰ ਅਸੀਂ ਇਹਦੇ ਵਾਲਾ ਟੇਬਲ ਦੇਖੀਏ ਨਾ ਨਿਊਲੈਂਡ ਦਾ, ਉਹਨੇ ਕੀ ਕੀਤਾ, ਉਹਨੇ ਨਾ ਦੇਖੋ ਆ ਧਿਆਨ ਨਾਲ ਦੇਖੋ, ਉਹਨੇ ਨਾ ਕੋਬਾਲਟ ਤੇ ਜਿਹੜੀ ਨਿਕਲ ਹੈਗੀ ਆ ਨਾ, ਇਹਨਾਂ ਨੂੰ ਸੇਮ ਸਲੋਟ ਦੇ ਵਿੱਚ ਰੱਖ ਦਿੱਤਾ। ਸਮਝਦੇ ਪਏ ਹੋ, ਜਿਹਦੇ 'ਚ ਕਿ ਇਹਨਾਂ ਨੇ ਫਲੋਰੀਨ, ਕਲੋਰੀਨ ਤੇ ਬ੍ਰੋਮੀਨ ਨੂੰ ਰੱਖਿਆ ਹੈਗਾ ਹੈ ਨਾ, ਠੀਕ ਹੈ। ਪਰ ਇਹ ਇਹਨਾਂ ਦਾ ਬਿਲਕੁਲ ਨਹੀਂ ਮਿਲਦੀਆਂ ਜੁਲਦੀਆਂ ਐਲੀਮੈਂਟਸ, ਤਾਂ ਵੀ ਉਹਨੇ ਇਹਨਾਂ ਨੂੰ ਇਹਦੇ ਅੰਦਰ ਹੀ ਰੱਖ ਦਿੱਤਾ। ਕਿਹਨਾਂ ਨੂੰ, ਕੋਬਾਲਟ ਤੇ ਨਿਕਲ ਨੂੰ। ਉਹ ਕਹਿੰਦਾ ਕੋਬਾਲਟ ਤੇ ਨਿਕਲ ਆਇਰਨ ਨਾਲ ਜ਼ਿਆਦਾ ਮਿਲਦੀ ਹੈ, ਠੀਕ ਹੈ ਨਾ। ਪਰ ਨਿਊਲੈਂਡ ਨੇ ਕੀ ਕੀਤਾ, ਸਾਇੰਟਿਸਟ ਨੇ ਇਹਨਾਂ ਨਾਲ ਰੱਖ ਦਿੱਤਾ। ਇਹ ਫਿਰ ਇਹਨੇ ਕਿੱਦਾਂ ਰੱਖ ਦਿੱਤਾ, ਇਹ ਵੀ ਇਹਦੇ ਉੱਤੇ ਓਬਜੈਕਸ਼ਨ ਲੱਗੀ ਸੀ। ਸੋ ਇਹ 3 ਕਮੀਆਂ ਰਹੀਆਂ ਸੀ ਨਿਊਲੈਂਡਸ ਦੇ ਲਾ ਦੀਆਂ, ਠੀਕ ਹੈ। ਸੋ ਦੂਸਰੀ ਗੱਲ ਇਹਦੇ ਤੋਂ ਇਹ ਪਤਾ ਲੱਗਾ ਕਿ ਜਿਹੜਾ ਨਿਊਲੈਂਡ ਦਾ ਇਹ ਜਿਹੜਾ ਲਾ ਸੀ ਨਾ, ਇਹ ਸਿਰਫ ਲਾਈਟਰ ਐਲੀਮੈਂਟਸ ਦੇ ਉੱਤੇ ਹੀ ਕੰਮ ਕਰਦਾ ਸੀ, ਥੋੜ੍ਹੀਆਂ ਹਲਕੀਆਂ ਐਲੀਮੈਂਟਸ ਦੇ ਉੱਤੇ। ਓਕੇ, ਇੱਥੇ ਤੱਕ ਸੁਣੋ, ਮੈਂ ਤੁਹਾਨੂੰ ਬਹੁਤ ਇੰਪੋਰਟੈਂਟ ਕਰਵਾਇਆ ਡੋਬਨੀਅਰਸ ਟਰਾਈਐਡਸ, ਠੀਕ ਹੈ। ਉਹ ਕੀ ਕਹਿੰਦਾ ਸੀ ਐਲੀਮੈਂਟਸ ਦੇ ਬਾਰੇ ਦੇ ਵਿੱਚ, ਤੇ ਨਿਊਲੈਂਡਸ ਲਾ ਆਫ ਓਕਟੇਵ, ਠੀਕ ਹੈ ਜੀ। ਸੋ ਇੱਥੇ ਤੱਕ ਸੁਣੋ, ਫਿਰ ਅਸੀਂ ਕਰਾਂਗੇ ਮੈਂਡਲੀਵਸ ਪੀਰੀਓਡਿਕ ਟੇਬਲ, ਫਿਰ ਆਉਣਾ ਮਾਡਰਨ ਪੀਰੀਓਡਿਕ ਟੇਬਲ। ਸੋ ਇਹ 4 ਜਣੇ ਸੀਗੇ, ਠੀਕ ਹੈ, ਜਿਨ੍ਹਾਂ ਨੇ ਐਲੀਮੈਂਟਸ ਦਾ ਅਰੇਂਜਮੈਂਟ ਦੱਸਿਆ। ਸਭ ਤੋਂ ਜ਼ਿਆਦਾ ਅਸੈਪਟਡ ਕੀ ਸੀ, ਇਹ ਮਾਡਰਨ ਪੀਰੀਓਡਿਕ ਟੇਬਲ 4ਥੇ ਨੰਬਰ ਵਾਲਾ। ਮੈਂਡਲੀਵ ਪੀਰੀਓਡਿਕ ਟੇਬਲ ਵੀ ਕਾਫੀ ਹੱਦ ਤੱਕ ਮੰਨਿਆ ਗਿਆ, ਪਰ ਇਹ ਮਾਡਰਨ ਪੀਰੀਓਡਿਕ ਟੇਬਲ ਜ਼ਿਆਦਾ ਅਸੈਪਟਡ ਸੀ, ਠੀਕ ਹੈ ਜੀ। ਸੋ ਇਹ ਮੈਂ ਐਕਟੀਵਿਟੀ ਕਰਵਾਉਣੀ ਸੀ, ਇਸ ਕਰਕੇ ਮੈਂ ਇਹ ਚੈਪਟਰ ਤੁਹਾਡਾ ਸ਼ੁਰੂ ਕੀਤਾ। ਉਮੀਦ ਹੈ ਕਿ ਤੁਹਾਨੂੰ ਸਮਝ ਆਏਗਾ।